हाँ जी, सत श्री अकाल दोस्तों, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਦਾ ਭਰਤੀ ਸੰਬੰਧੀ ਨੋਟੀਫਿਕੇਸ਼ਨ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਨਰੇਗਾ ਸੈੱਲ ਪਟਿਆਲਾ ਵੱਲੋਂ ਲੈ ਕੇ ਆਇਆ ਦੋਸਤੋ। ਤੇ ਪਟਿਆਲਾ ਦੇ ਵਿੱਚ ਨਰੇਗਾ ਦੀ ਭਰਤੀ ਜਿਹੜੀ ਆਊਟ ਹੋਈ ਹੈ ਤੇ ਇਹਦੇ ਵਿੱਚ ਦੋਸਤੋ ਕਿਹੜੀਆਂ ਪੋਸਟਾਂ ਕੌਣ ਅਪਲਾਈ ਕਰ ਸਕਦਾ ਹੈ, पूरी जानकारी ਤੁਹਾਨੂੰ इस वीडियो ਦੇ ਵਿੱਚ ਮਿਲੇਗੀ। ਤੇ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਇੱਕ ਕੰਟਰੈਕਟ ਬੇਸਡ ਭਰਤੀ ਹੈ, ਸਰਕਾਰੀ ਨੌਕਰੀ ਨਹੀਂ ਹੈ। ਠੀਕ ਹੈ, ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਵਾਂ। ਤੇ ਉਸ ਤੋਂ ਬਾਅਦ ਦੋਸਤੋ ਇਹਦੇ ਵਿੱਚ ਹੁਣ ਅੱਗੇ ਪੋਸਟਾਂ ਕਿਹੜੀਆਂ ਨੇ ਉਹ ਵੀ ਤੁਹਾਨੂੰ ਦੱਸਦੇ ਆ, ਕੌਣ ਅਪਲਾਈ ਕਰ ਸਕਦਾ, ਕਿਵੇਂ ਅਪਲਾਈ ਕਰਨਾ, ਪੂਰੀ ਜਾਣਕਾਰੀ ਦੇਵਾਂਗੇ। ਠੀਕ ਹੈ ਜੀ, ਤਾਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ, ਇੱਥੇ ਲਿਖਿਆ ਇਹਨਾਂ ਨੇ ਅਧੀਨ ਖਾਲੀ ਅਸਾਮੀਆਂ ਦੀ ਭਰਤੀ ਠੇਕਾ ਆਧਾਰ ਤੇ ਕੀਤੀ ਜਾਣੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਜੀ ਇੰਪੋਰਟੈਂਟ ਡੇਟਸ ਨੋਟ ਕਰ ਲਓ। ਐਡਵਰਟਾਈਜ਼ਮੈਂਟ ਆ ਚੁੱਕੀ ਹੈ ਜੀ, ਆਨਲਾਈਨ ਅਪਲਾਈ ਹੋਣਾ ਵੀ ਸਟਾਰਟ ਹੋ ਚੁੱਕਿਆ। ਲਾਸਟ ਡੇਟ ਆਨਲਾਈਨ ਅਪਲਾਈ ਕਰਨ ਦੀ 21 ਫਰਵਰੀ 2023 ਹੈ ਜੀ। ਫੀਸ ਭਰਨ ਦੀ ਲਾਸਟ ਡੇਟ 22 ਫਰਵਰੀ 2023 ਹੈ ਜੀ। ਐਡਮਿਟ ਕਾਰਡ 27 ਫਰਵਰੀ 2023 ਨੂੰ ਡਾਊਨਲੋਡ ਹੋਣੇ ਆ ਜੀ। ਐਗਜ਼ਾਮ ਡੇਟ 5 ਮਾਰਚ 2023 ਹੈ ਜੀ। ਅਪਲੋਡਿੰਗ ਆਫ OMR ਸ਼ੀਟ ਐਂਡ ਆਂਸਰ ਕੀ 6 ਮਾਰਚ ਨੂੰ ਨੈਕਸਟ ਡੇ ਅਪਲੋਡ ਹੋ ਜਾਣੇ ਜੀ। ਉਸ ਤੋਂ ਬਾਅਦ ਜੀ ਆਬਜੈਕਸ਼ਨ ਆਪਣੀ ਫਾਈਲ ਕਰ ਸਕਦੇ ਹੋ 8 ਮਾਰਚ 2023 ਤੱਕ। ਤੇ ਰਿਜ਼ਲਟ ਆ ਜਾਣਾ ਜੀ ਰਿਟਨ ਐਗਜ਼ਾਮੀਨੇਸ਼ਨ ਦਾ 10 ਮਾਰਚ 2023 ਨੂੰ। ਠੀਕ ਹੈ ਜੀ, ਯਾਨੀ ਕਿ ਤੁਹਾਡੇ ਲੌਗਇਨ ਦੇ ਵਿੱਚ ਜਿਹੜਾ ਸਕੋਰ ਕਾਰਡ ਆ ਜਾਣਾ। ਠੀਕ ਹੈ, ਜੋ ਵੀ ਤੁਹਾਡੀ ਲੌਗਇਨ ਆਈਡੀ ਬਣੇਗੀ। ਉਸ ਤੋਂ ਬਾਅਦ ਜੀ ਆਬਜੈਕਸ਼ਨ ਫਾਈਲ ਕਰ ਸਕਦੇ ਹੋ ਰਿਟਨ ਟੈਸਟ ਸਕੋਰ ਤੇ 13 ਮਾਰਚ 2023 ਤੱਕ। ਤੇ ਕੁਆਲੀਫਾਈਡ ਕੈਂਡੀਡੇਟ ਦੀ ਲਿਸਟ ਆ ਜਿਹੜੀ 15 ਮਾਰਚ ਤੱਕ ਵੈਬਸਾਈਟ ਤੇ ਇਹਨਾਂ ਦੇ ਆ ਜਾਣੀ। ਠੀਕ ਹੈ ਜੀ, ਤੇ ਇਹ ਸਾਰਾ ਸ਼ਡਿਊਲ ਦਿੱਤਾ ਹੋਇਆ ਜੀ। ਉਸ ਤੋਂ ਬਾਅਦ ਲਿਖਤੀ ਪ੍ਰੀਖਿਆ, ਕੰਪਿਊਟਰ ਸਕਿੱਲ ਟੈਸਟ, ਟਾਈਪਿੰਗ ਟੈਸਟ, ਇੰਟਰਵਿਊ, ਹੋਰ ਮਹੱਤਵਪੂਰਨ ਮਿਤੀਆਂ ਬਾਰੇ ਜਾਣਕਾਰੀ ਲਈ ਜਾਂ ਤਾਂ ਤੁਸੀਂ patiala.nic.in ਇਹਨਾਂ ਦੀ ਵੈਬਸਾਈਟ ਹੈ ਜੀ, ਇੱਥੇ ਚੈੱਕ ਕਰਨਾ, ਜਾਂ ਫਿਰ ਥਾਪਰ ਵਾਲਿਆਂ ਦੀ ਵੈਬਸਾਈਟ ਹੈ, ਕਿਉਂਕਿ ਇਸ ਭਰਤੀ ਨੂੰ ਭਰਤੀ ਕਰਨ ਦਾ ਜਿਹੜਾ ਜ਼ਿੰਮੇਵਾਰੀ ਉਹ ਥਾਪਰ ਨੂੰ ਦਿੱਤੀ ਗਈ ਹੈ। ਠੀਕ ਹੈ, ਤੇ government.thapar.edu/mgr23pta। ਠੀਕ ਹੈ, ਇਹ ਇਹਨਾਂ ਦੀ ਵੈਬਸਾਈਟ ਹੈ। ਤੇ ਉਸ ਤੋਂ ਬਾਅਦ ਜੀ ਕੁੱਲ ਅਸਾਮੀਆਂ ਦੀ ਗੱਲ ਕਰੀਏ, ਵਰਕਸ ਮੈਨੇਜਰ ਦੀ ਪਹਿਲਾਂ ਤਾਂ ਵਰਕਸ ਮੈਨੇਜਰ ਦੀ ਇੱਕ ਅਸਾਮੀ ਹੈ ਜੀ। ਅਕਾਊਂਟਸ ਮੈਨੇਜਰ ਦੀ ਇੱਕ ਅਸਾਮੀ ਹੈ। ਗ੍ਰੀਵੈਂਸ ਰਿਡਰੈਸਲ ਅਸਿਸਟੈਂਟ ਦੀ ਇੱਕ ਅਸਾਮੀ ਹੈ। ਐਡੀਸ਼ਨਲ ਪ੍ਰੋਗਰਾਮ ਆਫਿਸਰ ਦੀਆਂ 2 ਅਸਾਮੀਆਂ। ਟੈਕਨੀਕਲ ਅਸਿਸਟੈਂਟ ਦੀਆਂ 4 ਅਸਾਮੀਆਂ। ਕੰਪਿਊਟਰ ਅਸਿਸਟੈਂਟ ਦੀਆਂ 2 ਹੈ ਜੀ। ਡਾਟਾ ਐਂਟਰੀ ਆਪਰੇਟਰ ਦੀਆਂ 4 ਹੈ। ਗ੍ਰਾਮ ਰੋਜ਼ਗਾਰ ਸਹਾਇਕ ਦੀਆਂ GRS ਦੀਆਂ 28 ਹੈ। ਤਾਂ ਟੋਟਲ 43 ਅਸਾਮੀਆਂ ਜੀ ਪਟਿਆਲਾ ਦੇ ਲਈ, ਪਟਿਆਲਾ ਨਰੇਗਾ ਦੀ ਭਰਤੀ ਦੇ ਲਈ। ਉਸ ਤੋਂ ਬਾਅਦ ਜੀ ਅੱਗੇ ਫਰਦਰ ਜੇ ਗੱਲ ਕਰੀਏ ਕੈਟੇਗਰੀ ਵਾਈਜ਼, ਤਾਂ ਵਰਕਸ ਮੈਨੇਜਰ ਦੀ ਜਿਵੇਂ ਇੱਕ ਜਨਰਲ ਕੈਟੇਗਰੀ ਦੀ ਹੈ। ਠੀਕ ਹੈ, ਬॉयਜ਼ ਲਈ ਹੈ, ਵੂਮਨ ਲਈ ਰਿਜ਼ਰਵ ਨਹੀਂ ਹੈਗੀ, ਭਾਵ ਕਿ ਇਹਨੂੰ ਤੁਸੀਂ ਓਪਨ ਵੈਕੈਂਸੀ ਕਹਿ ਸਕਦੇ ਹੋ। ਇਹਦੇ ਵਿੱਚ ਜਾਂ ਤਾਂ ਮੁੰਡਾ ਆ ਸਕਦਾ ਜਾਂ ਕੁੜੀ, ਜਿਸ ਦੇ ਵੀ ਨੰਬਰ ਵੱਧ ਹੋਣਗੇ ਉਹੀ ਕੈਂਡੀਡੇਟ ਇਹਦੇ 'ਚ ਆ ਸਕਦਾ। ਠੀਕ ਹੈ, ਜੇ ਵੂਮਨ ਲਈ ਇਕੱਲੀ ਰਿਜ਼ਰਵ ਹੁੰਦੀ ਤਾਂ ਓਨਲੀ ਵੂਮਨ ਕੈਂਡੀਡੇਟ ਹੀ ਐਲੀਜੀਬਲ ਸੀ। ਤਾਂ ਇਹ ਓਪਨ ਪੋਸਟ ਹੈ, ਇਹਦੇ 'ਚ ਕੋਈ ਵੀ ਆ ਸਕਦਾ, ਮੈਨ ਜਾਂ ਵੂਮਨ। ਉਸ ਤੋਂ ਬਾਅਦ ਜੀ ਅਕਾਊਂਟਸ ਮੈਨੇਜਰ ਦੀ ਇਹਦੀ ਵੀ ਇੱਕ ਪੋਸਟ ਜਿਹੜੀ ਜਨਰਲ ਕੈਟੇਗਰੀ ਦੀ ਆ। ਗ੍ਰੀਵੈਂਸ ਰਿਡਰੈਸਲ ਦੀ ਇੱਕ ਪੋਸਟ ਜਨਰਲ ਕੈਟੇਗਰੀ ਦੀ ਆ। ਠੀਕ ਹੈ, ਅੱਗੇ APO ਦੀ ਹੈ, ਟੈਕਨੀਕਲ ਅਸਿਸਟੈਂਟ ਦੀ, ਕੰਪਿਊਟਰ ਅਸਿਸਟੈਂਟ ਦੀਆਂ, ਇਹ ਤੁਸੀਂ ਸਾਰੀਆਂ ਚੈੱਕ ਕਰ ਲੈਣੀਆਂ। ਉਸ ਤੋਂ ਬਾਅਦ ਜੀ 43 ਦੇ ਵਿੱਚੋਂ ਟੋਟਲ ਜਿਹੜੀਆਂ ਬਣਦੀਆਂ 22 ਅਸਾਮੀਆਂ ਵੂਮਨ ਕੈਂਡੀਡੇਟਸ ਦੇ ਲਈ ਬਣਦੀਆਂ ਨੇ। ਤੇ ਫਰਦਰ ਦੋਸਤੋ ਜੇ ਅੱਗੇ ਗੱਲ ਕਰੀਏ ਸੈਲਰੀ ਵਗੈਰਾ ਦੀ, ਤਾਂ ਵਰਕਸ ਮੈਨੇਜਰ ਦੀ ਜਿਹੜੀ ਸੈਲਰੀ ਹੈ ਉਹ 17,000 ਰੁਪਏ ਪਰ ਮੰਥ ਹੈ। ਅਕਾਊਂਟਸ ਮੈਨੇਜਰ ਦੀ ਵੀ 17,000 ਪਰ ਮੰਥ। ਗ੍ਰੀਵੈਂਸ ਰਿਡਰੈਸਲ ਅਸਿਸਟੈਂਟ ਦੀ 12,000 ਪਰ ਮੰਥ। APO ਜੀ ਐਡੀਸ਼ਨਲ ਪ੍ਰੋਗਰਾਮ ਆਫਿਸਰ ਦੀ 20,000 ਪਰ ਮੰਥ। ਟੈਕਨੀਕਲ ਅਸਿਸਟੈਂਟ ਦੀ 17,500। ਕੰਪਿਊਟਰ ਅਸਿਸਟੈਂਟ ਦੀ 12,000। ਡਾਟਾ ਐਂਟਰੀ ਆਪਰੇਟਰ ਦੀ 12,000 ਤੇ ਗ੍ਰਾਮ ਰੋਜ਼ਗਾਰ ਸਹਾਇਕ ਦੀ 10,700। ਤਾਂ ਇਹ ਪੇ ਸਕੇਲ ਹੈ ਜੀ। ਉਸ ਤੋਂ ਬਾਅਦ ਮੋਬਾਈਲ ਭੱਤਾ ਮਿਲਣਾ ਸਾਰੀਆਂ ਪੋਸਟਾਂ ਲਈ 250 ਰੁਪਇਆ ਪਰ ਮੰਥ। ਠੀਕ ਹੈ, ਤੇ ਫਿਕਸ ਸਫਰੀ ਭੱਤਾ ਜਿਹੜਾ ਸਹਾਇਕ ਪ੍ਰੋਗਰਾਮ ਅਫਸਰ ਯਾਨੀ ਕਿ APO ਦੀ ਜਿਹੜੀ ਪੋਸਟ ਹੈ ਉਹਦੇ ਲਈ 1000 ਰੁਪਇਆ ਫਿਕਸ ਸਫਰੀ ਭੱਤਾ ਮਿਲਣਾ। ਤੇ 1500 ਰੁਪਇਆ ਟੈਕਨੀਕਲ ਸਹਾਇਕ ਤੇ ਗ੍ਰਾਮ ਰੋਜ਼ਗਾਰ ਸਹਾਇਕ ਨੂੰ ਮਿਲਣਾ 1500 ਰੁਪਇਆ। ਤੇ ਉਕਤ ਤਨਖਾਹ ਨਰੇਗਾ ਦੀ ਕੰਟੀਜੈਂਸੀ ਵਿੱਚੋਂ ਦਿੱਤੀ ਜਾਵੇਗੀ ਤੇ ਸਰਕਾਰ ਵੱਲੋਂ ਸਮੇਂ-ਸਮੇਂ ਤੇ ਲਾਗੂ ਇਨਕਰੀਮੈਂਟ ਪ੍ਰੋਗਰੈਸ ਦੇ ਆਧਾਰ ਤੇ ਹੀ ਦਿੱਤੇ ਜਾਣਗੇ। ਉਸ ਤੋਂ ਬਾਅਦ ਜੀ ਕੁਆਲੀਫਿਕੇਸ਼ਨ ਦੇਖੀਏ ਦੀ ਵਰਕਸ ਮੈਨੇਜਰ ਦੇ ਲਈ BTech ਤੁਸੀਂ ਸਿਵਲ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਵੇ। ਐਕਸਪੀਰੀਅੰਸ ਜਿਹੜਾ ਡਿਜ਼ਾਇਰੇਬਲ ਹੈ, ਇੱਥੇ ਅਸੈਂਸ਼ੀਅਲ ਨਹੀਂ ਹੈਗਾ, ਇਹ ਚੀਜ਼ ਦਾ ਧਿਆਨ ਰੱਖਿਓ। ਵਿਦਆਊਟ ਐਕਸਪੀਰੀਅੰਸ ਵੀ ਤੁਸੀਂ ਅਪਲਾਈ ਕਰ ਸਕਦੇ ਹੋ BTech ਸਿਵਲ ਵਾਲੇ। ਅਕਾਊਂਟਸ ਮੈਨੇਜਰ ਦੇ ਲਈ ਤੁਸੀਂ ਜਾਂ ਤਾਂ MCOM ਕੀਤੀ ਹੋਵੇ ਜਾਂ BCOM ਜਾਂ CA ਕੀਤੀ ਹੋਵੇ ਵਿਦ ਮਿਨੀਮਮ 1 year ਆਫ ਐਕਸਪੀਰੀਅੰਸ ਹੋਵੇ ਤੁਹਾਡਾ ਰੈਲੀਵੈਂਟ ਫੀਲਡ ਦੇ ਵਿੱਚ,
यानी कि जे जिवें दी तुहाडी क्वालिफिकेशन है उसे फील्ड का तुहाडा एक्सपीरियंस होवे, जिवें बीकॉम वगैरह च अकाउंट्स रिलेटेड हुंदा तां अकाउंट्स रिलेटेड फाइनांस रिलेटेड तुहाडा एक्सपीरियंस होना चाहिए। ते प्रोफिशिएंसी कंप्यूटर स्किल्स दे विच होनी चाहिए, टैली सॉफ्टवेयर एक्सैक्ट्रा दे विच ग्रीवेंस रिड्रैसल असिस्टेंट दे लई ग्रैजुएशन तुसीं कीती होवे, सिंपल ग्रैजुएशन, कोई भी ग्रैजुएशन डिग्री यानी कि विद गुड प्रोफिशिएंसी तुहाडी होनी चाहिए MS ऑफिस इंटरनेट बेसिक प्रोग्रामिंग स्किल्स दे विच। APO ਦੀ ਜਿਹੜੀ ਪੋਸਟ ਹੈ ਉਹਦੇ ਲਈ ਤੁਸੀਂ ਗ੍ਰੈਜੂਏਸ਼ਨ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਕੰਪਿਊਟਰ ਸਕਿੱਲਸ ਦੇ ਨਾਲ ਪ੍ਰੈਫਰੈਂਸ ਦਿੱਤੀ ਜਾਏਗੀ ਐਕਸਪੀਰੀਅੰਸ ਵਾਲੇ ਕੈਂਡੀਡੇਟ ਨੂੰ। ਟੈਕਨੀਕਲ ਅਸਿਸਟੈਂਟ ਦੇ ਲਈ ਡਿਗਰੀ ਜਾਂ ਡਿਪਲੋਮਾ ਤੁਸੀਂ ਸਿਵਲ ਦਾ ਕੀਤਾ ਹੋਵੇ, ਸਿਵਲ ਇੰਜੀਨੀਅਰਿੰਗ ਦਾ, ਤੇ ਕੰਪਿਊਟਰ ਦੀ ਮਹਾਰਤ ਤੁਹਾਨੂੰ ਹੋਣੀ ਚਾਹੀਦੀ ਹੈ MS Excel MS Word ਡਾਟਾਬੇਸ ਫੰਕਸ਼ਨਸ ਦੀ। ਉਸ ਤੋਂ ਬਾਅਦ ਜੀ ਕੰਪਿਊਟਰ ਅਸਿਸਟੈਂਟ ਦੇ ਲਈ ਤੁਸੀਂ ਜਾਂ ਤਾਂ BCA ਕੀਤੀ ਹੋਵੇ ਜਾਂ BTech ਕੀਤੀ ਹੋਵੇ ਜਾਂ MCA ਕੀਤੀ ਹੋਵੇ ਜਾਂ ਦੇ ਇਕੁਇਵਲੈਂਟ ਡਿਗਰੀ ਯਾਨੀ ਕਿ BSc MSc IT ਵਗੈਰਾ, ਠੀਕ ਹੈ, ਜਾਂ BCA ਤਾਂ ਤੁਹਾਡਾ ਦੇ ਹੀ ਦਿੱਤਾ BSc IT ਵਗੈਰਾ, ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਕੰਪਿਊਟਰ ਦੀ ਡਿਗਰੀ ਤੁਸੀਂ ਕੀਤੀ ਹੋਵੇ, ਪ੍ਰੋਫੀਸ਼ੀਐਂਸੀ ਹੋਵੇ ਤੁਹਾਡੀ MS ਆਫਿਸ ਇੰਟਰਨੈਟ ਬੇਸਿਕ ਪ੍ਰੋਗਰਾਮਿੰਗ ਸਕਿੱਲਸ ਤੇ 1 year ਐਕਸਪੀਰੀਅੰਸ ਡਿਜ਼ਾਇਰੇਬਲ ਹੈ, ਠੀਕ ਹੈ, ਅਸੈਂਸ਼ੀਅਲ ਨਹੀਂ ਹੈਗਾ, ਡਿਜ਼ਾਇਰੇਬਲ ਹੈ। ਤੇ ਉਸ ਤੋਂ ਬਾਅਦ ਜੀ ਡਾਟਾ ਐਂਟਰੀ ਆਪਰੇਟਰ ਦੇ ਲਈ ਤੁਸੀਂ BA ਜਾਂ BSc ਕੀਤੀ ਹੋਵੇ, ਠੀਕ ਹੈ ਜੀ, ਡਿਪਲੋਮਾ ਹੋਵੇ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ, ਜਾਂ ਤੁਸੀਂ BCA ਕੀਤੀ ਹੈ ਤਾਂ ਵੀ ਅਪਲਾਈ ਕਰ ਸਕਦੇ ਹੋ, ਯਾਨੀ ਕਿ ਕੰਪਿਊਟਰ ਦਾ ਡਿਪਲੋਮਾ ਨਾਲ ਜ਼ਰੂਰੀ ਹੈ ਜੇਕਰ ਕੋਈ ਸਿੰਪਲ BA ਵਾਲਾ ਕੈਂਡੀਡੇਟ ਡਾਟਾ ਐਂਟਰੀ ਆਪਰੇਟਰ ਵਾਸਤੇ ਅਪਲਾਈ ਕਰਨਾ ਚਾਹੁੰਦਾ। ਹੁਣ ਇੱਥੇ ਤੁਸੀਂ ISO ਦਾ ਵੀ ਤੁਹਾਡਾ ਸਰਟੀਫਿਕੇਟ ਇਹਦੇ 'ਚ ਚੱਲ ਸਕਦਾ। ਤੇ 1 year ਐਕਸਪੀਰੀਅੰਸ ਡਿਜ਼ਾਇਰੇਬਲ ਹੈ ਡਾਟਾ ਐਂਟਰੀ ਆਪਰੇਟਰ ਲਈ। ਗ੍ਰਾਮ ਰੋਜ਼ਗਾਰ ਸਹਾਇਕ ਦੇ ਲਈ ਸਿੰਪਲ ਤੁਸੀਂ +2 ਕੀਤੀ ਹੋਵੇ ਤੇ ਡਾਟਾ ਐਂਟਰੀ ਸਕਿੱਲ ਤੁਹਾਡੇ ਕੋਲ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਤਾਂ +2 ਪਾਸ ਕੈਂਡੀਡੇਟ ਜਿਹੜੇ ਗ੍ਰਾਮ ਰੋਜ਼ਗਾਰ ਸਹਾਇਕ ਲਈ ਅਪਲਾਈ ਕਰ ਸਕਦੇ। ਤੇ ਅਸਾਮੀਆਂ ਦੇ ਅੰਕਲਨ ਲਈ ਮਾਪਦੰਡ ਜਿਹੜਾ ਇਹਨਾਂ ਨੇ ਜਾਣੀ ਕਿ ਸਿਲੈਕਸ਼ਨ ਪ੍ਰੋਸੀਜਰ ਹੈ ਜਿਹੜਾ ਉਹ ਉਹਦੇ ਲਈ ਕੁੱਲ 100 ਮਾਰਕਸ ਦਾ ਸਿਲੈਕਸ਼ਨ ਪ੍ਰੋਸੈਸ ਹੈ। ਜਿਵੇਂ ਵਰਕਸ ਮੈਨੇਜਰ ਦੀ ਗੱਲ ਕਰੀ ਤਾਂ ਲਿਖਤੀ ਪੇਪਰ ਹੈ ਜਿਹੜਾ 75 ਅੰਕ ਦਾ, ਠੀਕ ਹੈ, ਜਿਹਦੇ ਵਿੱਚ 20 ਕੁਐਸਚਨ ਮੈਂਟਲ ਐਬਿਲਿਟੀ, 15 ਕੁਐਸਚਨ GK, 10 ਕੁਐਸਚਨ ਨਰੇਗਾ ਦੇ, ਕੰਪਿਊਟਰ ਪ੍ਰੋਫੀਸ਼ੀਐਂਸੀ ਦੇ 10 ਕੁਐਸਚਨ ਤੇ ਸਿਵਲ ਇੰਜੀਨੀਅਰਿੰਗ ਰਿਲੇਟਡ 20 ਕੁਐਸਚਨ। ਤਾਂ ਇਦਾਂ ਦਾ ਇਹ ਪੈਟਰਨ ਆਉਣਾ ਜੀ। ਇਹ ਸਾਰਾ ਪੈਟਰਨ ਤੁਸੀਂ ਇਕੱਲਾ ਇਕੱਲਾ ਚੈੱਕ ਕਰ ਲੈਣਾ। ਤੇ ਹਾਇਰ ਕੁਆਲੀਫਿਕੇਸ਼ਨ ਦੇ 5 ਮਾਰਕਸ ਤੇ ਕੰਪਿਊਟਰ ਲਾਜ਼ਮੀ ਕੰਪਿਊਟਰ ਲਿਖਤੀ ਪ੍ਰੀਖਿਆ, ਤਾਂ ਇਹਦੇ ਸੰਬੰਧੀ ਲਿਖਿਆ ਹੋਇਆ ਕਿ ਲਾਜ਼ਮੀ ਹੈ, ਠੀਕ ਹੈ, ਯਾਨੀ ਕਿ ਇਹਦੇ ਵਿੱਚੋਂ ਤੁਹਾਡੀ ਕੰਪਿਊਟਰ ਲਿਖਤੀ ਪ੍ਰੀਖਿਆ ਯਾਨੀ ਕਿ ਇਹਦੇ 'ਚ ਇਹ ਦੱਸਿਆ ਹੋਇਆ ਕਿ ਕਿਹੜੀ ਪੋਸਟ ਲਈ ਟਾਈਪਿੰਗ ਹੋਣੀ ਹੈ, ਕਿਹੜੀ ਪੋਸਟ ਲਈ ਲਿਖਤੀ ਪ੍ਰੀਖਿਆ ਹੋਣੀ ਹੈ, ਠੀਕ ਹੈ। ਉਸ ਤੋਂ ਬਾਅਦ ਜੀ ਕੰਮ ਦਾ ਤਜਰਬਾ, ਜੇਕਰ ਕਿਸੇ ਕੋਲ ਐਕਸਪੀਰੀਅੰਸ ਹੈਗਾ ਤਾਂ ਉਹਦਾ ਇਹ ਹੋਏਗਾ ਕਿ 1 year ਦੇ 2 ਮਾਰਕਸ ਲੱਗਣਗੇ, ਠੀਕ ਹੈ, ਤੇ ਵੱਧ ਤੋਂ ਵੱਧ ਜਿਹੜੇ 10 ਮਾਰਕਸ ਲੱਗਣਗੇ, ਯਾਨੀ ਕਿ ਵੱਧ ਤੋਂ ਵੱਧ ਐਕਸਪੀਰੀਅੰਸ ਜਿਹੜਾ 5 ਸਾਲ ਤੱਕ ਦਾ ਕੰਸੀਡਰ ਹੋਣਾ, ਠੀਕ ਹੈ। ਜੇ ਤੁਹਾਡੇ ਕੋਲ 7 ਸਾਲ ਦਾ ਐਕਸਪੀਰੀਅੰਸ ਹੈ ਤਾਂ ਵੀ ਤੁਹਾਡੇ ਵੱਧ ਤੋਂ ਵੱਧ 10 ਨੰਬਰ ਹੀ ਲੱਗਣੇ, ਤੇ ਇਸ ਚੀਜ਼ ਦਾ ਧਿਆਨ ਰੱਖਿਓ। ਤੇ ਇੰਟਰਵਿਊ ਹੈ ਜਿਹੜੀ 10 ਨੰਬਰ ਦੀ ਆ। ਤਾਂ ਇਹ ਸਾਰਾ ਪ੍ਰੋਸੈਸ ਦੱਸਿਆ ਗਿਆ ਜੀ। ਇਹ ਸਾਰੀਆਂ ਪੋਸਟਾਂ ਦਾ ਇਕੱਲੀ ਇਕੱਲੀ ਦਾ ਦਿੱਤਾ ਹੋਇਆ, ਇਹ ਤੁਸੀਂ ਸਾਰਾ ਚੈੱਕ ਕਰ ਲੈਣਾ। ਤੇ ਟਾਈਪਿੰਗ ਦੀ ਗੱਲ ਕਰੀਏ, ਜਿਵੇਂ ਡਾਟਾ ਐਂਟਰੀ ਆਪਰੇਟਰ ਆ ਜਾਂ ਤੁਹਾਡਾ ਕੰਪਿਊਟਰ ਅਸਿਸਟੈਂਟ ਆ, ਇਹਦੇ ਲਈ ਟਾਈਪਿੰਗ ਟੈਸਟ ਹੋਣਾ ਤੁਹਾਡਾ ਅੰਗਰੇਜ਼ੀ ਦੇ 30 ਸ਼ਬਦ ਪ੍ਰਤੀ ਮਿੰਟ ਤੇ ਪੰਜਾਬੀ ਰਾਵੀ ਫੌਂਟ ਦੇ ਵਿੱਚ 25 ਸ਼ਬਦ ਪ੍ਰਤੀ ਮਿੰਟ। ਇਹ ਤੁਸੀਂ ਆਪਣੀ ਸਪੀਡ ਵਗੈਰਾ ਦੇਖ ਲੈਣੀ ਆ, ਠੀਕ ਹੈ। ਟਾਈਪਿੰਗ ਵਗੈਰਾ ਜਿਹਨੂੰ ਆਉਂਦੀ ਆ ਉਹੀ ਕੈਂਡੀਡੇਟ ਅਪਲਾਈ ਕਰੇ ਇਹਦੇ ਵਿੱਚ। ਤੇ ਗ੍ਰਾਮ ਰੋਜ਼ਗਾਰ ਸਹਾਇਕ ਦੀ ਗੱਲ ਕਰੀਏ, 25 ਨੰਬਰ ਦਾ ਇਹਦੇ ਵਿੱਚ ਮੈਂਟਲ ਐਬਿਲਿਟੀ ਆਉਣੀ ਹੈ ਜੀ, ਯਾਨੀ ਕਿ ਰੀਜ਼ਨਿੰਗ ਵਗੈਰਾ। 25 ਨੰਬਰ ਦੀ ਇਹਦੇ ਵਿੱਚ GK ਆਉਣੀ ਹੈ ਜੀ, ਤੇ 25 ਨੰਬਰ ਦਾ ਨਰੇਗਾ ਤੇ ਰੂਰਲ ਗਵਰਨੈਂਸ ਦਾ ਆਉਣਾ ਇਹਦੇ 'ਚ। 5 ਨੰਬਰ ਮਿਲਣਗੇ ਜੇਕਰ ਤੁਸੀਂ ਹਾਇਰ ਕੁਆਲੀਫਿਕੇਸ਼ਨ ਯਾਨੀ ਕਿ ਗ੍ਰੈਜੂਏਸ਼ਨ ਕੀਤੀ ਹੋਏਗੀ, ਤੇ ਟੈਸਟ ਹੋਏਗਾ ਇਹਦੇ ਵਿੱਚ ਤੁਹਾਡਾ। ਤੇ ਇਹਦੇ ਲਈ ਕੋਈ ਵੀ ਟਾਈਪਿੰਗ ਨਹੀਂ ਹੈ ਗ੍ਰਾਮ ਰੋਜ਼ਗਾਰ ਸਹਾਇਕ ਲਈ। ਤੇ ਹਰ ਇੱਕ ਸਾਲ ਲਈ 2 ਅੰਕ ਲੱਗਣਗੇ ਐਕਸਪੀਰੀਅੰਸ ਦਾ ਸਿਸਟਮ ਜਿਹੜਾ ਮੈਂ ਤੁਹਾਨੂੰ ਆਲਰੇਡੀ ਦੱਸਿਆ, ਤੇ 10 ਅੰਕ ਜਿਹੜੇ ਇੰਟਰਵਿਊ ਦੇ ਹੋਣਗੇ, ਠੀਕ ਹੈ ਜੀ। ਤੇ ਰਿਟਨ ਐਗਜ਼ਾਮ ਵਿਲ ਬੀ ਕੰਡਕਟਡ ਇਨ 3 phases, ਤਾਂ 3 phases ਦੇ ਵਿੱਚ ਜਿਹੜਾ ਰਿਟਨ ਐਗਜ਼ਾਮ ਹੋਏਗਾ। ਤੇ ਹੁਣ ਇਹਦੇ 'ਚ ਨੋਟ ਕਰ ਲਓ ਕੰਬਾਈਨਡ ਪੇਪਰ ਕਿੰਨਾ ਕਿੰਨਾ ਦਾ ਹੋਣਾ ਹੈ, ਠੀਕ ਹੈ। ਕਿਉਂ ਕਈ ਵਾਰ ਇਹ ਹੁੰਦਾ ਵੀ ਇੱਕ ਕੈਂਡੀਡੇਟ ਜਿਵੇਂ 2-3 ਪੋਸਟਾਂ ਲਈ ਐਲੀਜੀਬਲ ਹੁੰਦਾ, ਤਾਂ ਉਹ ਕੰਬਾਈਨਡ ਪੇਪਰ ਕਿਹਦਾ ਹੋਣਾ। ਸਭ ਤੋਂ ਪਹਿਲਾਂ ਜੀ ਗ੍ਰੀਵੈਂਸ ਰਿਡਰੈਸਲ ਅਸਿਸਟੈਂਟ, ਅਕਾਊਂਟਸ ਮੈਨੇਜਰ, ਐਡੀਸ਼ਨਲ ਪ੍ਰੋਗਰਾਮ ਆਫਿਸਰ, ਕੰਪਿਊਟਰ ਅਸਿਸਟੈਂਟ ਤੇ ਡਾਟਾ ਐਂਟਰੀ ਆਪਰੇਟਰ, ਇਹਨਾਂ ਦਾ ਕੰਬਾਈਨਡ ਪੇਪਰ ਹੋਣਾ ਜਿਹੜੀਆਂ ਪੋਸਟਾਂ ਦਾ ਮੈਂ ਹੁਣ ਜ਼ਿਕਰ ਕੀਤਾ, ਠੀਕ ਹੈ ਜੀ, ਜਿਹੜਾ ਕਾਲਮ ਨੰਬਰ 1 'ਚ ਦਿੱਤੇ ਨੇ। ਉਸ ਤੋਂ ਬਾਅਦ ਜੀ ਕਾਲਮ ਨੰਬਰ 2 'ਚ ਇਹਨਾਂ ਨੇ ਦੱਸਿਆ ਕਿ ਰਿਟਨ ਟੈਸਟ ਹੋਣਾ ਫॉर द पोस्ट ऑफ ਟੈਕਨੀਕਲ ਅਸਿਸਟੈਂਟ ਤੇ ਵਰਕਸ ਮੈਨੇਜਰ, ਇਹਨਾਂ ਦੇ ਲਈ ਜਿਹੜਾ ਇੱਕ ਪੇਪਰ ਹੋਣਾ, ਠੀਕ ਹੈ, ਟੈਕਨੀਕਲ ਅਸਿਸਟੈਂਟ ਤੇ ਵਰਕਸ ਮੈਨੇਜਰ ਲਈ। ਉਸ ਤੋਂ ਬਾਅਦ ਜੀ ਰਿਟਨ ਟੈਸਟ ਫॉर द ਗ੍ਰਾਮ ਰੋਜ਼ਗਾਰ ਸਹਾਇਕ, ਤਾਂ ਇਹਦੇ ਲਈ ਵੀ ਤੁਹਾਡਾ ਰਿਟਨ ਟੈਸਟ ਹੋਣਾ, ਇਹਦੇ ਲਈ ਵੱਖਰਾ ਹੋਣਾ, ਠੀਕ ਹੈ। ਇਹਦਾ ਮਤਲਬ ਇਹਨਾਂ ਨਾਲ ਕੰਬਾਈਨ ਨਹੀਂ ਹੋਣਾ, ਜਿਹੜੀਆਂ ਉੱਪਰ ਇਹਦਾ ਬਿਲਕੁਲ ਹੀ ਵੱਖਰਾ ਹੋਣਾ ਗ੍ਰਾਮ ਰੋਜ਼ਗਾਰ ਸੇਵਕ ਦਾ, ਕਿਉਂਕਿ ਇਹਦਾ ਪੈਟਰਨ ਵੀ ਜਿਹੜਾ ਵੱਖਰਾ ਹੀ ਹੈ ਬਾਕੀ ਪੋਸਟਾਂ ਨਾਲੋਂ।
ਤੇ ਕੁਐਸਚਨ ਪੇਪਰ ਆ ਜਿਹੜਾ ਇੰਗਲਿਸ਼ ਤੇ ਪੰਜਾਬੀ ਲੈਂਗੁਏਜ ਦੋਨੋਂ ਭਾਸ਼ਾਵਾਂ ਦੇ ਵਿੱਚ ਆਏਗਾ ਤੁਹਾਡਾ, ਠੀਕ ਹੈ। ਤਾਂ ਇਸ ਚੀਜ਼ ਦਾ ਵੀ ਧਿਆਨ ਰੱਖਣਾ। ਤੇ ਵੈਨਿਊ ਜਿਹੜਾ ਹੋਏਗਾ ਐਗਜ਼ਾਮ ਦਾ ਜਾਂ ਜੋ ਵੀ ਅੱਗੇ ਟਾਈਪਿੰਗ ਵਗੈਰਾ ਦਾ, ਉਹ ਇਹਨਾਂ ਦੀ ਵੈਬਸਾਈਟ ਤੇ ਬਾਅਦ ਦੇ ਵਿੱਚ ਆ ਜਾਏਗਾ। ਤੇ ਉਮਰ ਹੱਦ ਆ ਜਿਹੜੀ 18 ਤੋਂ 37 ਸਾਲ ਹੈ ਜੀ ਸਾਰੀਆਂ ਪੋਸਟਾਂ ਦੇ ਲਈ, ਤੇ 42 ਸਾਲ ਤੱਕ ਦੀ ਏਜ ਰਿਲੈਕਸੇਸ਼ਨ ਆ SCBC ਲਈ, ਠੀਕ ਹੈ ਜੀ। ਇਹ ਚੀਜ਼ ਨੋਟ ਕਰ ਲਓ। ਤੇ ਉਸ ਤੋਂ ਬਾਅਦ ਜੀ ਫਰਦਰ ਕੁਝ ਹੋਰ ਚੀਜ਼ਾਂ ਦੱਸੀਆਂ ਗਈਆਂ ਨੇ। ਚੋਣ ਵਿਧੀ ਦੱਸੀ ਗਈ ਹੈ, ਮੋਟਾ ਮੈਂ ਤੁਹਾਨੂੰ ਦੱਸ ਹੀ ਦਿੱਤਾ। ਤੇ ਅੱਗੇ ਇਹਦੇ 'ਚ ਟਾਈਪਿੰਗ ਵਗੈਰਾ ਜਿਨ੍ਹਾਂ ਦੀ ਹੋਣੀ ਹੈ, ਜਿਵੇਂ ਕੰਪਿਊਟਰ ਅਸਿਸਟੈਂਟ ਤੇ ਤੁਹਾਡੇ ਡਾਟਾ ਐਂਟਰੀ ਆਪਰੇਟਰ ਦੀ ਹੋਣੀ ਹੈ ਜੀ। ਤੇ ਬਾਕੀ ਤੁਸੀਂ ਇਹਨਾਂ ਦੀ ਵੈਬਸਾਈਟ ਦੇਖਦੇ ਰਹਿਣਾ ਸਮੇਂ-ਸਮੇਂ ਤੇ ਜਿਹਨੇ ਐਕਸਪੀਰੀਅੰਸ ਲੈਣਾ ਉਹਦੇ ਕੋਲ ਜਾਂ ਫਾਰਮ 16 ਜਾਂ ਬੈਂਕ ਸਟੇਟਮੈਂਟ ਜਾਂ EPF ਸਟੇਟਮੈਂਟ ESI ਸਟੇਟਮੈਂਟ ਜ਼ਰੂਰ ਹੋਣੇ ਚਾਹੀਦੇ ਆ, ਤਾਂ ਹੀ ਤੁਹਾਡਾ ਐਕਸਪੀਰੀਅੰਸ ਵੈਲਿਡ ਹੋਏਗਾ। ਫੀਸ ਨੋਟ ਕਰ ਲਓ। ਜਨਰਲ ਕੈਟੇਗਰੀ 600, SC ST BC 300 ਰੁਪਏ ਫੀਸ ਰੱਖੀ ਗਈ ਹੈ ਜੀ। ਆਨਲਾਈਨ ਹੀ ਫੀਸ ਭਰੀ ਜਾਣੀ ਆ, ਆਨਲਾਈਨ ਹੀ ਫਾਰਮ ਅਪਲਾਈ ਹੋਣਾ। ਤੇ ਬਾਕੀ ਅਪਡੇਟਸ ਸੀ ਸਾਡੇ ਨਾਲ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਕੁਝ ਨਹੀਂ ਪਤਾ ਲੱਗ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।